ਹੈਲੋ ਡੀਅਰ ਸਟੂਡੈਂਟਸ, ਅਸੀਂ ਚੈਪਟਰ ਕਰ ਰਹੇ ਸੀ ਡਿਫਰੈਂਸੀਏਸ਼ਨ। ਅੱਜ ਅਸੀਂ ਕਰਾਂਗੇ ਮੈਥਡਸ ਆਫ ਡਿਫਰੈਂਸੀਏਸ਼ਨ ਕਿ ਕਿੰਨੇ ਤਰ੍ਹਾਂ ਦੀ ਡਿਫਰੈਂਸੀਏਸ਼ਨ ਹੁੰਦੀ ਹੈ ਜਾਂ ਕਿੰਨੇ ਤਰ੍ਹਾਂ ਦੇ ਫੰਕਸ਼ਨਸ ਜਿਹੜੇ ਆਪਾਂ ਡਿਫਰੈਂਸੀਏਸ਼ਨ ਦੇ ਵਿੱਚ ਉਹ ਸਟੱਡੀ ਕਰਨੇ ਆ। ਠੀਕ ਹੈ, ਅਤੇ ਮੈਥਡਸ ਆਫ ਡਿਫਰੈਂਸੀਏਸ਼ਨ ਦੇ ਵਿੱਚ ਸਾਡੇ ਕੋਲ ਪੈਰਾਮੀਟਰਿਕ ਫਾਰਮ ਦੀ ਇਕੁਏਸ਼ਨਸ ਜਦੋਂ ਹੁੰਦੀਆਂ ਨੇ ਅਤੇ ਉਹਨਾਂ ਦੀ ਡਿਫਰੈਂਸੀਏਸ਼ਨ ਕਿਵੇਂ ਕਰਨੀ ਆ। ਪੈਰਾਮੀਟਰਿਕ ਇਕੁਏਸ਼ਨ ਸਭ ਤੋਂ ਪਹਿਲਾਂ ਸਮਝਣੀ ਜ਼ਰੂਰੀ ਹੈ ਕਿ ਹੁੰਦੀ ਕੀ ਆ। ਵੇਖੋ, ਜੇਕਰ ਕੋਈ ਦੋ ਵੇਰੀਏਬਲਸ ਐਕਸ ਐਂਡ ਵਾਈ ਜੇ ਸਾਡੇ ਕੋਲ ਕੋਈ ਦੋ ਵੇਰੀਏਬਲ ਨੇ ਅਤੇ ਦੋਨੋਂ ਹੀ ਕਿਸੇ ਤੀਸਰੇ ਵੇਰੀਏਬਲ ਦੇ ਫੰਕਸ਼ਨ ਨੇ। ਜਿਵੇਂ ਐਕਸ ਦਾ ਆਨਸਰ ਇਵੇਂ ਦਿੱਤਾ ਹੋਏ 2t+1, ਵਾਈ ਦਾ ਵੀ ਆਨਸਰ ਇਨ ਟਰਮਸ ਆਫ ਟੀ ਦਿੱਤਾ ਹੋਏ, ਸਪੋਜ਼ ਕਰੋ t²+4। ਕੁਛ ਵੀ ਆਪਾਂ ਇੱਦਾਂ ਦੀ ਵੈਲਿਊ ਲੈ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਹੁਣ ਐਕਸ ਅਤੇ ਵਾਈ ਦੋ ਵੱਖ-ਵੱਖ ਵੇਰੀਏਬਲ ਕਿਸੇ ਤੀਸਰੇ ਵੇਰੀਏਬਲ ਦੇ ਫੰਕਸ਼ਨ ਬਣ ਗਏ ਤਾਂ ਫਿਰ ਇੱਦਾਂ ਦੀ ਜਿਹੜੀ ਫਾਰਮ ਬਣੇਗੀ ਇਕੁਏਸ਼ਨਸ ਦੀ, ਸੈੱਟ ਆਫ ਇਕੁਏਸ਼ਨਸ, ਉਹਨੂੰ ਬੋਲਾਂਗੇ ਪੈਰਾਮੀਟਰਿਕ ਫਾਰਮ। ਪੈਰਾਮੀਟਰਿਕ ਇਕੁਏਸ਼ਨਸ ਵੀ ਆਪਾਂ ਇਹਨਾਂ ਨੂੰ ਬੋਲ ਸਕਦੇ। ਇਹ ਦੋ ਇਕੁਏਸ਼ਨਸ ਜਿਹੜੀਆਂ ਨੇ ਪੈਰਾਮੀਟਰਿਕ ਇਕੁਏਸ਼ਨਸ ਨੇ। ਤਾਂ ਟੀ ਕੀ ਬਣ ਗਿਆ? ਪੈਰਾਮੀਟਰ। ਟੀ ਪੈਰਾਮੀਟਰ ਬਣ ਜਾਏਗਾ ਤਾਂ ਇਹ ਜਿਹੜੀਆਂ ਇਕੁਏਸ਼ਨਸ ਬਣ ਗਈਆਂ ਇਹ ਬਣ ਗਈਆਂ ਪੈਰਾਮੀਟਰਿਕ ਇਕੁਏਸ਼ਨਸ। ਹੁਣ ਜਦੋਂ ਇੱਦਾਂ ਦਾ ਮੰਨ ਲਓ ਕੁਐਸਚਨ ਕਰਨਾ ਹੈ, ਐਕਸ ਇਜ਼ ਏ ਫੰਕਸ਼ਨ ਆਫ ਟੀ, ਤਾਂ ਆਪਾਂ ਨੂੰ ਫਾਈਂਡ ਕਰਨਾ ਪਏਗਾ dx/dt। ਉਹਦੀ ਵੈਲਿਊ ਕੀ ਆ ਜਾਏਗੀ? ਟੀ ਦੀ ਵਿਦ ਰਿਸਪੈਕਟ ਟੂ ਟੀ ਡਿਫਰੈਂਸੀਏਸ਼ਨ 1 ਹੋ ਜਾਣੀ ਅਤੇ ਆਨਸਰ ਆ ਜਾਏਗਾ 2। 1 ਇਜ਼ ਕੌਨਸਟੈਂਟ ਅਤੇ ਕੌਨਸਟੈਂਟ ਦੀ ਡਿਫਰੈਂਸੀਏਸ਼ਨ 0 ਹੋ ਜਾਏਗੀ। dy/dt ਫਾਈਂਡ ਕਰੋਗੇ, ਉਹਦਾ ਆਨਸਰ ਕੀ ਆ ਜਾਣਾ? t² ਦੀ ਡਿਫਰੈਂਸੀਏਸ਼ਨ ਕਿੰਨੀ ਆ ਜਾਏਗੀ? 2t+4, 4 ਇਜ਼ ਕੌਨਸਟੈਂਟ, ਡਿਫਰੈਂਸੀਏਸ਼ਨ 0। ਹੁਣ ਐਕਸ ਅਤੇ ਵਾਈ ਕਿਉਂਕਿ ਦੋ ਵੱਖ-ਵੱਖ ਵੇਰੀਏਬਲ ਆ ਅਤੇ ਆਪਾਂ ਫਾਈਂਡ ਕਰਨਾ dy/dx। ਕਿਵੇਂ ਫਾਈਂਡ ਹੋਏਗਾ? dy/dt ਪਹਿਲਾਂ ਫਾਈਂਡ ਕਰ ਲਓ, ਉਹਨੂੰ ਡਿਵਾਈਡ ਕਰ ਦਿਓ dx/dt ਦੇ ਨਾਲ। ਮਤਲਬ ਜੇ ਆਪਾਂ ਵੈਸੇ ਵੇਖੀਏ dt ਦੇ ਨਾਲ dt ਜੇ ਕੈਂਸਲ ਹੋ ਜੇ ਤਾਂ ਬਚਦਾ ਸਾਡੇ ਕੋਲ ਕੀ ਹੈ? dy/dx। ਪਰ ਆਪਾਂ ਇੱਥੇ ਕੈਂਸਲ ਨਹੀਂ ਕਰਨਾ। dy/dt ਦੀ ਵੈਲਿਊ ਜਿਹੜੀ ਫਾਈਂਡ ਕੀਤੀ ਅਤੇ dx/dt ਦੀ ਵੈਲਿਊ, ਇਹਨਾਂ ਨੂੰ ਆਪਸ ਡਿਵਾਈਡ ਕਰ ਦੇਣਾ ਸੋ ਦੈਟ ਵਿਲ ਗੈਟ dy/dx। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫਾਈਂਡ ਆਊਟ ਕਰ ਸਕਿਆ ਕਰਾਂਗੇ। ਐਗਜ਼ਾਮਪਲ ਦੇ ਤੌਰ 'ਤੇ ਕੁਛ ਕੁਐਸਚਨ ਵੇਖਦੇ ਹਾਂ। ਜਿਵੇਂ ਮੈਂ ਇੱਕ ਐਗਜ਼ਾਮਪਲ ਪਹਿਲਾਂ ਦਿੱਤੀ ਆ। ਹੁਣ ਐਕਸ ਦਿੱਤਾ ਹੈ sin t, ਵਾਈ et cos t। ਇਹਦਾ ਮਤਲਬ ਐਕਸ ਐਂਡ ਵਾਈ ਬੋਥ ਆਰ ਫੰਕਸ਼ਨਸ ਆਫ ਟੀ। ਫਾਈਂਡ ਆਪਾਂ ਕਰਨਾ dy/dx। ਇਹਦੇ ਵਿੱਚ ਟੀ ਕਿਤੇ ਵੀ ਨਹੀਂ ਆ, ਸੋ ਐਕਸ ਦੀ ਵਿਦ ਰਿਸਪੈਕਟ ਟੂ ਟੀ ਡਿਫਰੈਂਸੀਏਸ਼ਨ ਕਰਾਂਗੇ ਤਾਂ ਉਹ ਆ ਜਾਣਾ dx/dt। ਵਾਈ ਦੀ sin t ਤੋਂ ਕੀ ਬਣ ਜਾਏਗਾ? cos t। ਮਤਲਬ ਇਹਨੂੰ ਡਾਇਰੈਕਟ ਆਪਾਂ ਲਿਖ ਸਕਦੇ ਹਾਂ ਐਕਸ ਤੋਂ dx/dt ਬਣ ਗਿਆ ਅਤੇ sin t ਦੀ ਡਿਫਰੈਂਸੀਏਸ਼ਨ cos t। ਵਾਈ dy/dt, ਵਾਈ ਤੋਂ ਕੀ ਬਣ ਗਿਆ? dy/dt। et ਐਜ਼ ਇਟ ਇਜ਼ ਆ ਜਾਣਾ। et ਦੀ ਡਿਫਰੈਂਸੀਏਸ਼ਨ e⁻t ਹੁੰਦੀ ਆ। cos t ਦੀ ਆ ਜਾਣੀ ਡਿਫਰੈਂਸੀਏਸ਼ਨ -sin t। ਤਾਂ ਆਪਾਂ ਫਾਈਂਡ ਕਰਨਾ ਕੀ ਆ? dy/dx। ਉਹ ਕੀ ਹੁੰਦਾ? dy/dt, dx/dt। dy/dt ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ? et - sin t ਓਵਰ cos t। ਇਹ ਆਨਸਰ ਆ ਜਾਣਾ। ਨੈਕਸਟ ਆ ਜਾਂਦੇ ਆ ਇੰਪਲੀਸਿਟ ਫੰਕਸ਼ਨ। ਇੰਪਲੀਸਿਟ ਫੰਕਸ਼ਨ ਕੀ ਆ? ਦ ਮੈਥਡ ਆਫ ਫਾਈਂਡਿੰਗ dy/dx ਆਫ ਐਨ ਇੰਪਲੀਸਿਟ ਫੰਕਸ਼ਨ ਗਿਵਨ ਬਾਈ ਦ ਰਿਲੇਸ਼ਨ f of xy equals to 0 is known as the implicit differentiation। ਦੇਖੋ, ਜਦੋਂ ਵੀ ਕੋਈ ਮਿਕਸ ਸਾਡੇ ਕੋਲ ਟਰਮਸ ਆ ਜਾਣ, ਜਿਵੇਂ x² + y² ਦੋਨੋਂ ਹੀ ਆ ਗਈਆਂ, ਇਕੁਅਲਸ ਟੂ a² ਜਾਂ ਕੋਈ ਵੀ ਕੌਨਸਟੈਂਟ ਦਿੱਤਾ ਹੋਏ, ਤਾਂ ਇਹੋ ਜਿਹੀਆਂ ਇਕੁਏਸ਼ਨਸ ਇਹਨਾਂ ਨੂੰ ਬੋਲਦੇ ਆ ਇੰਪਲੀਸਿਟ। ਜੇਕਰ ਮੈਂ ਇੱਦਾਂ ਲਿਖ ਲਵਾਂ x² = a² - y²,
ਇਹਨੂੰ ਰਾਈਟ ਸਾਈਡ 'ਤੇ ਲਿਖ ਲਵਾਂ a ਸਕੁਏਅਰ ਮਾਈਨਸ ਵਾਈ ਸਕੁਏਅਰ, ਤਾਂ ਫਿਰ ਇਹ ਬਣ ਜਾਂਦਾ ਸਾਡੇ ਕੋਲ ਇੰਪਲੀਸਿਟ ਇਕੁਏਸ਼ਨ, ਇੰਪਲੀਸਿਟ ਫੰਕਸ਼ਨ ਬਣ ਗਿਆ ਇੱਕ। ਹੁਣ ਜਦੋਂ ਇਹਨਾਂ ਦੀ ਡਿਫਰੈਂਸੀਏਸ਼ਨ ਕਰਨੀ ਹੈ ਤਾਂ ਉਹਦੇ ਲਈ, ਕਿਉਂਕਿ ਆਪਾਂ ਫਾਈਂਡ ਕਰਨਾ dy/dx, ਜਦੋਂ dy/dx ਫਾਈਂਡ ਕਰਨਾ ਇਹਦਾ ਮਤਲਬ ਵਿਦ ਰਿਸਪੈਕਟ ਟੂ x ਹੋਏਗਾ। ਫਿਰ ਇਕੱਲੇ ਇਕੱਲੇ ਦੇ ਉੱਪਰ ਆਪਰੇਟਰ d/dx ਅਪਲਾਈ ਕਰ ਦਿੱਤਾ, ਤਾਂ d/dx ਆਫ x ਸਕੁਏਅਰ ਪਲੱਸ d/dx ਆਫ y ਸਕੁਏਅਰ ਹੋ ਗਿਆ। ਰਾਈਟ ਹੈਂਡ ਸਾਈਡ 'ਤੇ d/dx ਆਫ a ਸਕੁਏਅਰ ਆ ਗਿਆ। ਹੁਣ x ਸਕੁਏਅਰ ਦੀ ਡਿਫਰੈਂਸੀਏਸ਼ਨ, ਕਿਉਂਕਿ ਸਾਡੇ ਕੋਲ ਕੀ ਆ ਇਹ d/dx ਆਫ x ਸਕੁਏਅਰ, ਅਤੇ ਉਹ ਕੀ ਹੋ ਜਾਣੀ 2x। d/dx ਆਫ ਜਦੋਂ y ਸਕੁਏਅਰ ਕਰਨਾ ਤਾਂ ਇਹਦੀ ਡਿਫਰੈਂਸੀਏਸ਼ਨ 2y ਆ ਜਾਣੀ, ਪਰ y ਦੀ ਫਿਰ ਡਿਫਰੈਂਸੀਏਸ਼ਨ ਕਰਾਂਗੇ। ਜਿਵੇਂ ਸਾਡੇ ਕੋਲ y ਸਕੁਏਅਰ ਸੀ ਤਾਂ ਪਾਵਰ ਅੱਗੇ ਤੇ ਆ ਗਈ ਹੈ ਨਾ, 2y ਪਾਵਰ 1। ਇੰਟਰਨਲ ਫੰਕਸ਼ਨ ਇਜ਼ y, ਕਿਉਂਕਿ x ਨਹੀਂ ਆ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇਕਰ x ਤੋਂ ਇਲਾਵਾ ਕੋਈ ਹੋਰ ਫੰਕਸ਼ਨ ਆ ਜਾਏ, ਭਾਵੇਂ y ਆ ਜਾਏ ਜਾਂ x ਦੀ ਜਗ੍ਹਾ 'ਤੇ x³ x ਕੁਛ ਹੋਰ ਪਾਵਰ ਵੀ ਆ ਜਾਂਦੀ, ਉਹਦੀ ਫਿਰ ਤੋਂ ਡਿਫਰੈਂਸੀਏਸ਼ਨ ਕਰਨੀ, ਤਾਂ ਇੱਥੇ y ਦੀ ਜਦੋਂ ਡਿਫਰੈਂਸੀਏਸ਼ਨ ਕਰਾਂਗੇ ਨਾਲ dy/dx ਅਗੇਨ ਆ ਜਾਏਗਾ। ਰਾਈਟ ਹੈਂਡ ਸਾਈਡ ਕਿਉਂਕਿ ਸਾਡੇ ਕੋਲ ਕੌਂਸਟੈਂਟ ਸੀ, ਅਤੇ ਕੌਂਸਟੈਂਟ ਦੀ ਡਿਫਰੈਂਸੀਏਸ਼ਨ ਕੀ ਹੋ ਜਾਂਦੀ ਆ 0, ਇਹਦਾ ਆਨਸਰ ਕੀ ਆ ਜਾਏਗਾ 0। ਇਹਦਾ ਕੀ ਆ ਜਾਣਾ 2y ਨਾਲ dy/dx, ਅਤੇ ਇਹਦਾ x ਸਕੁਏਅਰ ਦੀ ਡਿਫਰੈਂਸੀਏਸ਼ਨ ਕੀ ਹੋ ਜਾਂਦੀ ਆ 2x। ਹੁਣ ਵਿੱਚ ਪਲੱਸ ਆ, 2 ਕੋਮਨ ਕਰਕੇ ਰਾਈਟ ਹੈਂਡ ਸਾਈਡ ਕਿਉਂਕਿ 0 ਆ ਗਈ ਆ, ਇਹਦੇ ਨਾਲ ਇਹਨੂੰ ਡਿਵਾਈਡ ਕਰ ਦੇਣਾ ਅਤੇ 0 ਹੋ ਜਾਏਗਾ। ਤਾਂ ਬਚਣਾ ਕੀ ਸਾਡੇ ਕੋਲ, ਇੱਥੇ 2 ਦੇ ਨਾਲ 2 ਜਿਵੇਂ ਡਿਵਾਈਡ ਕਰਨ ਤੋਂ ਵੈਸੇ ਰਾਈਟ ਹੈਂਡ ਸਾਈਡ 'ਤੇ ਲੈ ਜਾਈਏ, ਅਤੇ 2 ਦੇ ਨਾਲ ਇਹ 2 ਕੈਂਸਲ ਹੋ ਗਿਆ, ਅਤੇ ਬਚਿਆ ਸਾਡੇ ਕੋਲ y dy/dx ਇਜ਼ ਇਕੁਅਲਸ ਟੂ -x। dy/dx ਦੀ ਵੈਲਿਊ ਕਿੰਨੀ ਆ ਗਈ -x/y। ਦਿਸ ਇਜ਼ ਯੂਅਰ ਆਨਸਰ। ਇਸ ਤੋਂ ਇਲਾਵਾ ਨੈਕਸਟ ਸਮ ਲੋਗਰਿਥਮਿਕ ਡਿਫਰੈਂਸੀਏਸ਼ਨ। ਲੋਗਰਿਥਮਿਕ ਡਿਫਰੈਂਸੀਏਸ਼ਨ ਕਹਿ ਲਓ ਜਾਂ ਇਸ ਟਾਈਪ ਦੇ ਵਿੱਚ ਆ ਜਾਂਦੀ ਆ ਵੇਰੀਏਬਲ ਦੀ ਪਾਵਰ ਵੇਰੀਏਬਲ, ਫੰਕਸ਼ਨ ਦੇ ਉੱਪਰ ਫਿਰ ਫੰਕਸ਼ਨ ਹੀ ਆ ਜਾਵੇ, ਫੰਕਸ਼ਨ ਦੀ ਪਾਵਰ ਫੰਕਸ਼ਨ, ਮਤਲਬ ਦੋਨੋਂ ਵੇਰੀਏਬਲ। ਜਿਵੇਂ ਆਪਾਂ ਸ਼ੁਰੂ ਦੇ ਵਿੱਚ ਪੜ੍ਹਿਆ ਅਤੇ ਉਹਦੇ ਵਿੱਚ ਆਪਾਂ ਇੱਥੇ ਪਹਿਲੇ ਜਿਹੜੇ ਸਭ ਤੋਂ ਸਮ ਸੀ ਉਹੀ x⁴n, ਯਾਨੀ ਕਿ ਵੇਰੀਏਬਲ ਦੀ ਪਾਵਰ ਕੌਂਸਟੈਂਟ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ a⁴x ਜਾਂ e⁴x, ਮਤਲਬ ਕੌਂਸਟੈਂਟ ਦੀ ਪਾਵਰ ਵੇਰੀਏਬਲ। ਫਿਰ ਕੌਂਸਟੈਂਟ ਦੀ ਪਾਵਰ ਕੌਂਸਟੈਂਟ ਹੋਵੇ ਤਾਂ ਜਿਵੇਂ a ਦੀ ਪਾਵਰ c ਹੋ ਜੇ, ਦੋਨੋਂ ਹੀ ਕੌਂਸਟੈਂਟ। ਕੌਂਸਟੈਂਟ ਦੀ ਪਾਵਰ ਕੌਂਸਟੈਂਟ ਜਿਵੇਂ 2⁻³ ਕਦੀ ਆ ਜਾਵੇ, ਤਾਂ ਇਹ ਕੀ ਬਣ ਜਾਏਗਾ ਸਾਡੇ ਕੋਲ ਕੌਂਸਟੈਂਟ ਦੀ ਪਾਵਰ ਕੌਂਸਟੈਂਟ ਵਿਚ ਇਜ਼ ਕੌਂਸਟੈਂਟ। ਤਾਂ ਹੁਣ ਆਪਾਂ ਪੜ੍ਹਨ ਲੱਗੇ ਹਾਂ ਵੇਰੀਏਬਲ ਦੀ ਪਾਵਰ ਵੇਰੀਏਬਲ। ਜਿਵੇਂ x, ਇਹਦੇ ਵਿੱਚ ਕੁਐਸਚਨ ਆਇਆ ਕਰਨਗੇ x⁻x ਜਾਂ x⁻y ਆ ਜੇ, ਕੁਛ ਵੀ ਆ ਸਕਦਾ, ਤਾਂ ਇਹ ਬਣ ਜਾਂਦੀ ਵੇਰੀਏਬਲ ਦੀ ਪਾਵਰ ਵੇਰੀਏਬਲ। ਇਹਨਾਂ ਦੇ ਡੈਰੀਵੇਟਿਵ ਹੁਣ ਤੱਕ ਕੀਤੇ ਸੀ। ਜਦੋਂ ਇਹਨਾਂ ਦੇ ਡੈਰੀਵੇਟਿਵ ਦੀ ਗੱਲ ਕਰੋਗੇ ਤਾਂ ਡੈਰੀਵੇਟਿਵ ਇਹਨਾਂ ਦੇ ਕੀ ਪੜ੍ਹੇ, ਕੌਂਸਟੈਂਟ ਅੱਗੇ ਆ ਜਾਂਦਾ, ਪਾਵਰ 'ਚੋਂ ਇੱਕ ਮਾਈਨਸ ਹੋ ਜਾਂਦਾ। ਹੁਣ ਤੱਕ ਇੱਦਾਂ ਪੜ੍ਹਿਆ। ਕੌਂਸਟੈਂਟ ਦੀ ਪਾਵਰ ਵੇਰੀਏਬਲ ਹੋਵੇ ਤਾਂ ਇਹਨੂੰ ਐਜ਼ ਇਟ ਇਜ਼ ਲਿਖ ਲਈਦਾ ਸੀ, ਕੌਂਸਟੈਂਟ ਦੀ ਪਾਵਰ ਵੇਰੀਏਬਲ ਅਤੇ ਨਾਲ ਲੌਗ ਆਫ ਕੌਂਸਟੈਂਟ। ਇਹ ਡੈਰੀਵੇਟਿਵ ਇਹਨਾਂ ਦੇ ਹੁੰਦੇ। ਕੌਂਸਟੈਂਟ ਦੀ ਪਾਵਰ ਕੌਂਸਟੈਂਟ ਹੋਏ ਅਤੇ ਆਨਸਰ 0, ਕਿਉਂਕਿ ਕੌਂਸਟੈਂਟ ਹੀ ਆ ਜਾਣਾ। ਇਨ ਦਿਸ ਕੇਸ ਵੈਨ ਵੀ ਹੈਵ ਪਾਵਰ ਆਫ ਵੇਰੀਏਬਲ ਇਜ਼ ਵੇਰੀਏਬਲ, ਤਾਂ ਇਸ ਕੇਸ ਦੇ ਵਿੱਚ ਆਪਾਂ ਹਮੇਸ਼ਾ ਲੌਗ ਲੈ ਕੇ ਸਮ ਨੂੰ ਕਰਿਆ ਕਰਨਾ, ਲਿਖਿਆ ਕਰਾਂਗੇ ਟੇਕਿੰਗ ਲੌਗ ਔਨ ਬੋਥ ਸਾਈਡ। ਯੂਜ਼ਿੰਗ ਲੌਗ ਕਿਵੇਂ ਕਰਨੇ ਆ ਵੇਖੋ। ਹੁਣ ਇੱਥੇ ਆ ਗਿਆ ਸਾਡੇ ਕੋਲ ਕੁਐਸਚਨ ਦੇ ਵਿੱਚ ਫਾਈਂਡ ਦਾ ਡਿਫਰੈਂਸੀਏਸ਼ਨ ਆਫ ਲੌਗ ਆਫ x⁻10x, ਮਤਲਬ ਆ ਗਿਆ ਵੇਰੀਏਬਲ ਦੀ ਪਾਵਰ ਵੀ ਵੇਰੀਏਬਲ ਹੀ ਆ ਗਈ। ਵਿਦ ਰਿਸਪੈਕਟ ਟੂ x ਇਹਨੂੰ ਡਿਫਰੈਂਸ਼ੀਏਟ ਕਰਨਾ।
ਇਹਨੂੰ y ਸਪੋਜ਼ ਕਰਾਂਗੇ ਇਸ ਫੰਕਸ਼ਨ ਨੂੰ, ਜਿਵੇਂ ਸਾਰੇ ਫੰਕਸ਼ਨਸ ਨੂੰ ਆਪਾਂ y ਲੈ ਕੇ ਚੱਲਦੇ ਹਾਂ, ਤਾਂ ਅਪਲਾਈਂਗ log ਔਨ ਬੋਥ ਸਾਈਡਸ, log y ਇੱਧਰ ਕੀ ਆਣਾ log ਆਫ, ਦੋਨਾਂ ਸਾਈਡਾਂ 'ਤੇ log ਅਪਲਾਈ ਕਰ ਦਿੱਤਾ, ਇੱਧਰ log ਅਤੇ ਇੱਧਰ ਵੀ log ਆਫ log x ਰੇਜ਼ ਟੂ ਪਾਵਰ 10x। ਹੁਣ ਕਿਉਂਕਿ ਸਾਡੇ ਕੋਲ ਫਾਰਮੂਲਾ ਹੈ log a ਰੇਜ਼ ਟੂ ਪਾਵਰ m, ਅਤੇ ਇਹਨੂੰ ਆਪਾਂ ਲਿਖ ਸਕਦੇ ਹਾਂ m log a, ਜਾਂ log m ਰੇਜ਼ ਟੂ ਪਾਵਰ n ਹੋਏ ਤਾਂ ਉਹਨੂੰ n log m ਲਿਖ ਸਕਦੇ ਹਾਂ। ਇਹ ਫਾਰਮੂਲਾ ਅਪਲਾਈ ਕੀਤਾ, 10x ਅੱਗੇ ਆ ਗਿਆ, 10x log x, ਇਹ ਡੈਰੀਵੇਟਿਵ ਨਹੀਂ ਕੀਤਾ ਅਜੇ, ਸਿਰਫ ਕੀ ਕੀਤਾ ਹੈ log ਦਾ ਫਾਰਮੂਲਾ ਅਪਲਾਈ ਕੀਤਾ। ਤਾਂ ਇਸ ਤੋਂ ਬਾਅਦ ਵੇਖੋ ਜਦੋਂ log y ਦੀ ਡਿਫਰੈਂਸੀਏਸ਼ਨ ਕਰੋਗੇ ਕੀ ਆ ਜਾਣੀ ਹੈ 1/y, ਨਾਲ ਆ ਜਾਏਗਾ dy/dx, ਕਿਉਂਕਿ y ਦੀ ਫਿਰ ਤੋਂ ਕਰਨੀ, y ਦੀ ਡਿਫਰੈਂਸੀਏਸ਼ਨ ਕੀ ਆ ਜਾਣੀ dy/dx, ਇੱਥੇ u/v ਦਾ ਫਾਰਮੂਲਾ ਲੱਗੇਗਾ, tan x ਐਜ਼ ਇਟ ਇਜ਼ ਆ ਜਾਣਾ, ਅਤੇ log x ਦੀ ਆ ਜਾਏਗੀ ਡਿਫਰੈਂਸੀਏਸ਼ਨ 1/log ਆਫ log x ਆ 1/log x, log x ਦੀ ਫੇਰ ਕਰਾਂਗੇ 1/x, ਅੱਗੇ ਵੇਖ ਸਕਦੇ ਹੋ log y ਲੈਫਟ ਸਾਈਡ 'ਤੇ। ਥੋੜ੍ਹਾ ਜਿਹਾ ਇੱਥੇ ਜਦੋਂ ਨੋਟਸ ਬਣਾਏ ਤਾਂ ਪ੍ਰੋਪਰ ਡਿਟੇਲ ਦੇ ਵਿੱਚ ਲਿਖਿਆ ਸੀ। ਹੁਣ ਜਿਹੜੇ ਬੱਚੇ ਥੋੜ੍ਹੇ ਜਿਹੇ ਸਮਝ ਜਾਂਦੇ ਆ ਕੁਐਸਚਨਸ ਨੂੰ, ਉਹਨੂੰ ਇੰਨੇ ਸਟੈਪ ਲਿਖਣ ਦੀ ਲੋੜ ਨਹੀਂ ਪੈਂਦੀ ਫਿਰ, ਤਾਂ ਥੋੜ੍ਹਾ ਜਿਹਾ ਕੁਇਕ ਕਰ ਸਕਦੇ ਹਾਂ ਆਪਾਂ। log y ਦੀ ਡਿਫਰੈਂਸੀਏਸ਼ਨ 1/y dy/dx, ਠੀਕ ਹੈ। ਤਾਂ tan x ਨੂੰ ਬਾਹਰ ਰੱਖਿਆ ਤਾਂ log ਆਫ log x ਦੀ ਡਿਫਰੈਂਸੀਏਸ਼ਨ 1/log x, log x ਦੀ ਕੀਤੀ 1/x, ਫਿਰ log ਆਫ log x ਨੂੰ ਬਾਹਰ ਰੱਖਿਆ, tan x ਦੀ ਡਿਫਰੈਂਸੀਏਸ਼ਨ secant ਸਕੁਅਰ x, ਮਤਲਬ ਇਹ ਫਿਰ dy, ਇੱਧਰ y ਨੂੰ ਰਾਈਟ ਹੈਂਡ ਸਾਈਡ 'ਤੇ ਲੈ ਕੇ ਮਲਟੀਪਲੀਕੇਸ਼ਨ ਦੇ ਵਿੱਚ ਆ ਗਿਆ, ਅਤੇ y ਦੀ ਐਕਚੁਅਲ ਵੈਲਿਊ ਕਿੰਨੀ ਸੀ log x ਰੇਜ਼ ਟੂ ਪਾਵਰ 10x, ਉਹ ਪੁੱਟ ਕਰ ਦਿੱਤੀ, ਤਾਂ ਰਾਈਟ ਹੈਂਡ ਸਾਈਡ ਐਜ਼ ਇਟ ਇਜ਼ ਰਹਿਣ ਦਿੱਤੀ। ਇਹ ਸਾਡਾ ਆਨਸਰ ਆ ਜਾਣਾ। ਤਾਂ ਇਸ ਤੋਂ ਬਾਅਦ ਟਰਾਂਸਫੋਰਮੇਸ਼ਨਸ ਦੇ ਕੁਝ ਸਵਾਲ ਵੇਖਾਂਗੇ। ਟਰਾਂਸਫੋਰਮੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਇੱਕ ਫੰਕਸ਼ਨ ਨੂੰ ਦੂਜੇ ਫੰਕਸ਼ਨ ਦੇ ਵਿੱਚ ਟਰਾਂਸਫੋਰਮ ਕਰਕੇ, ਮਤਲਬ ਪੁੱਟ ਕਰਕੇ ਸਵਾਲ ਜਦੋਂ ਆਪਾਂ ਕਰਦੇ ਹਾਂ, ਕੁਛ ਨੂਨ ਪਹਿਲੇ ਫਾਰਮੂਲੇ ਹੁੰਦੇ ਆ ਸਾਡੇ ਕੋਲ ਜੋ ਸਾਨੂੰ ਲੱਗਦੇ ਆ ਕਿ ਅਪਲਾਈ ਹੋ ਸਕਦੇ ਆ, ਅੰਦਾਜ਼ਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈ, ਤਾਂ ਉਹਨਾਂ ਨੂੰ ਲੈ ਕੇ ਫਿਰ ਵੈਲਿਊਜ਼ ਪੁੱਟ ਕਰਕੇ ਆਪਾਂ ਕਰਦੇ ਹਾਂ ਸਬਸਟੀਟਿਊਸ਼ਨ ਮੈਥਡ ਦੇ ਨਾਲ। Find the derivative of tan inverse a minus x upon 1 plus ax with respect to x, ਠੀਕ ਹੈ। ਇੱਥੇ a minus x, ਕਿਉਂਕਿ ਆਪਾਂ ਜਾਣਦੇ ਹਾਂ ਕਿ tan a minus tan b upon 1 plus tan a tan b, ਠੀਕ ਹੈ। ਇਹ ਕਾਹਦਾ ਫਾਰਮੂਲਾ ਹੁੰਦਾ ਹੈ, ਜਾਂ ਇਹਦਾ ਇਹ ਫਾਰਮੂਲਾ ਬਣ ਜਾਏਗਾ tan a minus b, ਠੀਕ ਹੈ। tan a minus b ਦਾ ਫਾਰਮੂਲਾ ਹੁੰਦਾ, ਤਾਂ ਫਿਰ tan a minus b ਦਾ ਫਾਰਮੂਲਾ ਅਪਲਾਈ ਕਰਨ ਵਾਸਤੇ ਆਪਾਂ ਕੀ ਕੀਤਾ, a ਨੂੰ ਪੁੱਟ ਕਰ ਲਿਆ tan alpha, ਤਾਂ x ਨੂੰ ਕੀ ਪੁੱਟ ਕਰ ਲਿਆ tan theta, ਪਹਿਲੀ ਟਰਮ ਨੂੰ tan alpha, ਦੂਸਰੀ ਨੂੰ tan theta, ਇਹ ਬਣ ਜਾਏਗਾ tan ਇਨਵਰਸ tan a minus tan alpha minus tan theta upon 1 plus tan alpha tan theta। ਤਾਂ ਇਹ ਸਾਡੇ ਕੋਲ ਬਣ ਜਾਣਾ, ਜਦੋਂ ਇਹਦਾ ਡੈਰੀਵੇਟਿਵ ਕਰਾਂਗੇ ਤਾਂ a ਨੂੰ ਪੁੱਟ ਕੀਤਾ ਸੀ ਆਪਾਂ tan alpha, x ਨੂੰ ਪੁੱਟ ਕੀਤਾ tan theta, tan a minus tan b over 1 plus tan a tan b tan alpha minus theta ਦਾ ਫਾਰਮੂਲਾ ਬਣ ਗਿਆ। ਇਹ ਕੈਂਸਲੇਸ਼ਨ ਹੋ ਗਈ, tan ਇਨਵਰਸ ਦੇ ਨਾਲ tan ਕੱਟਿਆ ਗਿਆ, ਬਚਿਆ ਸਾਡੇ ਕੋਲ alpha minus theta, ਠੀਕ ਹੈ। alpha minus theta ਜਦੋਂ ਬਚਿਆ ਤਾਂ ਆਪਾਂ ਹੁਣ ਅਲਫਾ ਸਾਡੇ ਕੋਲ ਕੀ ਸੀ, ਇਹ ਬਣ ਗਿਆ ਅਲਫਾ ਦੀ ਵੈਲਿਊ ਜਦੋਂ ਆਪਾਂ ਫਾਈਂਡ ਆਊਟ ਕੀਤੀ
तो अल्फा आ जाता साढ़े कोल। देखो की पुट किया ही आपां अल्फा टैन इनवर्स ए आ जाना। अल्फा की इत्थों वैल्यू कड्डोगे वो की आ जाएगी टैन इनवर्स ए। थीटा की वैल्यू फाइंड करोगे वो की आ जाएगी टैन इनवर्स एक्स। तो जो डेरीवेटिव करना है इत्थे जाके, क्योंकि विद रिस्पैक्ट टू तो एक्स ही करना, तो इत्थे टैन इनवर्स अल्फा नहीं आना ही, टैन इनवर्स ए आ जाना ही। ठीक, तो इत्थे आ गया थीटा की वैल्यू टैन इनवर्स एक्स। हुण टैन इनवर्स ए जिहड़ा इहदा डेरीवेटिव करोगे तो 0 आ जाना। टैन इनवर्स एक्स की डिफरेंसीएशन 1/1 + एक्स स्क्वेयर होंदी है, नैगेटिव ए वाला लग गया, आंसर आ गया -1/1 + एक्स स्क्वेयर। हुण इन्हां सवालों दे विच ही जेकर दो फंक्शन प्लस होंदे होण तां आपां फिर की करांगे, ये कभी भी लॉग डायरैक्ट अप्लाई नहीं कर सकते, क्योंकि साढ़े कोल लॉग ए प्लस बी नूं आपां ये गल स्पैशली याद रखनी है, लॉग ए प्लस लॉग बी नहीं लिख सकते। लॉग ए बी होवे तां उहनूं लिखिया जा सकदा लॉग, उहनूं आपां लिख सकते हैं हाँ लॉग ए प्लस लॉग बी। मतलब जे दो प्लस दे विच टर्म्स है फिर नहीं डायरैक्ट लॉग अप्लाई कर सकते। हुण इन्हां दे डेरीवेटिव, इनू मैं वखरा फंक्शन कह लिया, इनू नाम दे दिता यू दा पहले फंक्शन नूं, दूजे नूं नाम दे देना वी दा। तो फिर कल्ले कल्ले ते लॉग अप्लाई करांगे। ये ते लॉग अप्लाई किया तो ये लॉग यू इधर बन गया लॉग ऑफ साइन एक्स पावर लॉग एक्स। तो ये लॉग ऑफ लॉग एक्स अगे पहला आ जाना, लॉग एम रेस टू पावर एन आ, ये अगे आ जाएगा, लॉग यू इक्वल्स टू लॉग एक्स लॉग ऑफ साइन एक्स हो जाना, ये लॉग एक्स अगे चल जाना। तो ये साढ़े कोल बन गया लॉग एक्स लॉग ऑफ साइन एक्स। हुण इन्हां दी जो डिफरेंसीएशन की, लॉग यू की डेरीवेटिव लैफ्ट हैंड साइड ते 1/u du/dx आ जाना, ये आ गया 1/u du/dx। लॉग एक्स नूं बाहर रखिया या लॉग एक्स, दो फंक्शन होंदे, पहला जिहदी मर्जी कर दो, दूजे नूं एज इट इज़ रखना होंदा। इत्थे लॉग एक्स की पहला कर दी तो 1/x आ गई, लॉग ऑफ साइन एक्स नूं एज इट इज़ रहन दिता, फिर लॉग ऑफ साइन एक्स नूं बाहर रहन दिता तो लॉग ऑफ साइन एक्स की डिफरेंसीएशन की 1/sin x, साइन एक्स की डेरीवेटिव कॉज एक्स, कॉज ओवर साइन एक कॉट एक्स आ गया इत्थे ते नाल आ गया लॉग एक्स 1/x लॉग ऑफ साइन एक्स du/dx का आंसर। इतों यू नूं मैं राइट हैंड साइड ते लै गया तो यू की एक्चुअल वैल्यू की ही साइन रेस टू पावर लॉग एक्स। सिमिलरली आपां दूजा फंक्शन जिहड़ा भी एक्स रेस टू पावर साइन एक्स लिया ही, इत्ते लॉग अप्लाई करके तो इनू भी सॉल्व उस तरीके दे नाल ही कर लेना। फिर दोनों वैल्यूज़ जो फाइंड आउट कर लिया तो दोनों नूं जदों आपां प्लस कर देवांगे, देखो जो दोनों वैल्यूज़ ते आंसर आ गए du/dx के ते dv/dx के, इन्हां नूं प्लस लिख लिया तो ये साडा की है ना dy/dx, क्योंकि एक फंक्शन नूं आपां नाम दिता ही यू दा, दूसरे नूं नाम दिता वी दा, एक नूं नाम दिता यू दा, दूसरे नूं नाम दिता वी दा। ठीक है, तो फिर dy/dx क्या है ना du/dx प्लस dv/dx, दोनों दियां वैल्यूज़ फाइंड आउट कर लियां तो ये पुट कर दित्तियां इत्थे नंबर 1 दे विच, इन्हां दे डेरीवेटिव्स दियां वैल्यू पुट कर लियां, साडे कोल आंसर मिल गया। हुण ये पुट करन वाले होर थोड़े जे सवाल ने, इन्हां दे विच फॉर्मूले सानू ट्रिग्नोमैट्री दे बेसिक जिहड़े डबल एंगल ट्रिपल एंगल ये बड़े चंगे तरीके दे नाल आउणे चाहीदे आ, फिर ही आपां सम कर सकांगे। हुण 1/2x² + 1 लिखिया बाहर सीकेंट स्क्वेयर, इनू 2x² + 1 नूं वेखदिआं ही मेरे दिमाग 'ਚ सब्सटीट्यूशन आउणी चाहिए कि मैं पढ़िया फार्मूला 2 cos²
ਥੀਟਾ ਮਾਈਨਸ 1 ਇਹ ਕਿਹਦੇ ਇਕੁਅਲ ਹੁੰਦਾ ਹੈ? ਇਹ ਹੁੰਦਾ ਹੀ cos 2 ਥੀਟਾ ਦੇ, cos of 2 ਥੀਟਾ। ਜੇ ਤਾਂ ਇਹ ਫਾਰਮੂਲੇ ਦਿਮਾਗ 'ਚ ਆ ਗਏ ਵੇਖਦਿਆਂ ਸਾਰ ਤਾਂ ਫਿਰ ਤੇ ਸਵਾਲ ਬੜੇ ਈਜ਼ੀਲੀ ਹੁੰਦੇ ਜਾਣੇ ਆ। ਦੇਖੋ ਇੱਥੇ ਆਪਾਂ ਇਹਨੂੰ ਵੇਖ ਕੇ x ਨੂੰ ਪੁੱਟ ਕਰ ਦਿੱਤਾ cos ਥੀਟਾ, ਅਤੇ ਇਹ ਬਣ ਗਿਆ ਥੀਟਾ ਦੀ ਵੈਲਿਊ cos ਇਨਵਰਸ x, ਸੀਕੈਂਟ ਇਨਵਰਸ ਇਹ ਵਾਲਾ 1/2 cos ਸਕੁਏਅਰ ਥੀਟਾ ਮਾਈਨਸ 1 ਅਤੇ ਇਹ 2 cos ਸਕੁਏਅਰ ਥੀਟਾ ਮਾਈਨਸ 1 cos 2 ਥੀਟਾ ਦਾ ਫਾਰਮੂਲਾ ਅਪਲਾਈ ਕਰ ਦਿੱਤਾ। cos ਦਾ ਰੈਸੀਪ੍ਰੋਕਲ ਕਰੋਗੇ ਤੇ ਸੀਕੈਂਟ ਬਣ ਜਾਣਾ, ਬਾਹਰ ਸੀਕੈਂਟ ਆ ਅਤੇ ਸੀਕੈਂਟ ਦੇ ਨਾਲ ਸੀਕੈਂਟ ਇਨਵਰਸ ਕੈਂਸਲ ਕਰ ਦਾਂਗੇ, ਇਹ ਸੀਕੈਂਟ ਇੱਧਰ ਸੀਕੈਂਟ ਇਨਵਰਸ ਕੈਂਸਲ ਅਤੇ 2 ਥੀਟਾ ਬਚਿਆ। ਥੀਟਾ ਦੀ ਵੈਲਿਊ ਸਾਡੇ ਕੋਲ ਕਿੰਨੀ ਸੀ? cos ਇਨਵਰਸ x, ਅਤੇ cos ਇਨਵਰਸ x ਦਾ ਡੈਰੀਵੇਟਿਵ ਕੀਤਾ -1 ਸਕੁਏਅਰ ਰੂਟ ਆਫ 1 ਮਾਈਨਸ x ਸਕੁਏਅਰ, ਤਾਂ ਇਹ ਸਾਡਾ ਆਨਸਰ ਆ ਗਿਆ। ਹੁਣ ਜਿਹੜੇ ਆਪਾਂ ਇਹ ਮੈਥਡ ਕੀਤੇ ਆ ਇਹਨਾਂ ਦੇ ਬੇਸਡ ਅਪੋਨ ਮਿਕਸਡ ਕੁਐਸਚਨਸ ਹੋਣਗੇ, ਇਹ ਸਟੇਟਮੈਂਟ ਨੋਟ ਕਰ ਲੈਣੀ ਆ। ਤਾਂ ਬੜਾ ਸਿੰਪਲ ਜਿਹਾ ਪੈਰਾਮੀਟ੍ਰਿਕ ਇਕੁਏਸ਼ਨਸ ਦਾ ਕੁਐਸਚਨ ਆ, ਇਹਨੂੰ ਕਰਨਾ ਹੈ, ਇਹਨੂੰ ਕਰੋ। ਤਾਂ ਇਸ ਤੋਂ ਬਾਅਦ ਵੇਖ ਲੈਣਾ ਹੈ, ਸੋਲਿਊਸ਼ਨ ਵੀ ਮੈਂ ਨਾਲ ਹੀ ਪ੍ਰੋਵਾਈਡ ਕਰਦਾ ਜਾ ਰਿਹਾ, ਥੋੜ੍ਹਾ ਸਲੋ ਕਰਕੇ, ਅਤੇ ਤੁਸੀਂ ਚੈੱਕ ਕਰ ਲੈਣਾ ਹੈ। ਇਹ ਵੀ ਪੈਰਾਮੀਟ੍ਰਿਕ ਇਕੁਏਸ਼ਨ ਦਾ ਕੁਐਸਚਨ ਹੈ, ਬੜਾ ਈਜ਼ੀਲੀ ਕਰ ਸਕਦੇ ਹੋ। ਹੁਣ ਇਸ ਸਾਲ ਜੋ ਪੇਪਰ ਦਾ ਬਣੇਗਾ ਉਹਦੇ ਵਿੱਚ ਕਾਫੀ ਰਿਡਿਊਸ ਕਰ ਦਿੱਤੇ ਗਏ ਆ ਸਿਲੇਬਸ, ਅਤੇ ਅਜੇ ਪੰਜਾਬ ਬੋਰਡ ਵੱਲੋਂ ਕੋਈ ਫੇਅਰ ਕਨਫਰਮੇਸ਼ਨ ਨਹੀਂ ਆਈ ਪ੍ਰੋਪਰ। ਪਹਿਲਾਂ ਸਾਈਡ ਦੇ ਉੱਪਰ ਪਿਆ ਸੀ ਰਿਡਿਊਸ ਸਿਲੇਬਸ, ਫਿਰ ਉਹਨਾਂ ਕੱਟ ਦਿੱਤਾ। ਸੋ ਆਪਾਂ ਤਿਆਰੀ ਆਪਣੇ ਹਿਸਾਬ ਨਾਲ ਮੈਕਸੀਮਮ ਰੱਖਣੀ ਆ, ਤਾਂ ਜਿੰਨੇ ਵੀ ਕੁਐਸਚਨ ਤੁਸੀਂ ਕਰ ਸਕੋ ਉਹਨੇ ਵੱਧ ਤੋਂ ਵੱਧ ਕਰਨੇ ਆ, ਅਦਰਵਾਈਜ਼ ਪੇਪਰ ਦੇ ਵੇਲੇ ਪ੍ਰੋਬਲਮ ਆ ਸਕਦੀ ਆ। ਤੁਸੀਂ ਕੁਐਸਚਨਸ ਜਿਹੜੇ ਆ ਆਪਣੀ ਸਪੈਕਟਰਮ ਦੀ ਬੁੱਕ ਜਾਂ ਤੁਹਾਡੇ ਕੋਲ NCERT ਦੀ ਬੁੱਕ ਆ ਜਾਂ ਯੂਨੀਮੈਕਸ ਦੀ ਬੁੱਕ ਆ, ਜਿਹੜੀ ਵੀ ਤੁਹਾਨੂੰ ਬੁੱਕ ਮੌਕੇ 'ਤੇ ਮਿਲੇ, ਕੋਈ ਹੋਰ ਜੇ ਬੁੱਕ ਮਿਲਦੀ ਆ ਤਾਂ ਉਹ ਸਾਰੇ ਕੁਐਸਚਨ ਮੈਕਸੀਮਮ ਕਰਿਆ ਕਰੋ। ਇਹ ਵੇਖੋ, ਇਹ ਵੀ ਸਾਰੇ ਪੈਰਾਮੀਟਰਿਕ ਇਕੁਏਸ਼ਨ ਦੇ ਕੁਐਸਚਨ ਆ, ਇਹਦੇ ਵਿੱਚ x ਦੀ ਵੈਲਿਊ ਦਿੱਤੀ ਇਨ ਟਰਮਸ ਆਫ t, y ਦੀ ਵੈਲਿਊ ਵੀ। ਤਾਂ ਸੌਖੇ ਜਿਹੇ ਸਵਾਲ ਆ, ਇਹਨਾਂ ਦੇ ਡੈਰੀਵੇਟਿਵ ਕਰਦੇ ਜਾਣਾ, ਅਤੇ ਮੈਂ ਨਾਲ ਨਾਲ ਤੁਹਾਨੂੰ ਸੋਲਿਊਸ਼ਨ ਇਹਦੇ ਦਿਖਾ ਰਿਹਾ। ਵੀਡੀਓ ਨੂੰ ਹੋਰ ਸਲੋ ਕਰਕੇ ਵੇਖ ਲਿਓ, ਤਾਂ ਜੇ ਕੋਈ ਪ੍ਰੋਬਲਮ ਆਏ ਤਾਂ ਮੇਰੇ ਨਾਲ ਡਿਸਕਸ ਕਰ ਲੈਣਾ। ਤਾਂ ਇਹ ਜਿੰਨੇ ਵੀ ਕੁਐਸਚਨਸ ਨੇ ਇਹ ਮੈਕਸੀਮਮ ਤੁਹਾਨੂੰ ਆਉਣੇ ਚਾਹੀਦੇ ਆ। ਹਰ ਟਾਈਪ ਦੇ ਕੁਐਸਚਨਸ ਦਾ ਪਤਾ ਲੱਗ ਜਾਣਾ ਚਾਹੀਦਾ ਪੇਪਰ ਨੂੰ ਵੇਖਦਿਆਂ ਹੀ। ਇਹ ਹੁਣ ਮਿਕਸ ਇਕੁਏਸ਼ਨ ਆ ਗਈਆਂ, ਇੰਪਲੀਸਿਟ ਐਕਸਪਲੀਸਿਟ ਫੰਕਸ਼ਨ ਵਾਲੇ, ਤਾਂ ਇਹਦੇ ਵਿੱਚ ਇਸ ਗੱਲ ਦਾ ਹੀ ਖਾਸ ਧਿਆਨ ਰੱਖਣਾ ਹੁੰਦਾ ਹੈ ਕਿ ਜਦੋਂ ਆਪਾਂ ਸੋਲਵ ਕਰਦੇ ਹਾਂ, x ਦੀ ਤਾਂ ਡਿਫਰੈਂਸੀਏਸ਼ਨ 1 ਹੋ ਜਾਣੀ ਹੁੰਦੀ ਆ, y ਦੀ ਜਿਹੜੀ ਆ ਉਹ 1 ਨਹੀਂ ਹੋਣੀ ਹੁੰਦੀ, ਉਹ dy/dx ਨਾਲ ਆਉਣਾ ਹੁੰਦਾ। ਜਿਵੇਂ ਇੱਥੇ x ਸਕੁਏਅਰ ਦੀ ਕਰੋਗੇ ਤਾਂ 2x ਆ ਜਾਣਾ ਹੈ, x ਸਕੁਏਅਰ ਦੀ ਤਾਂ 2x ਆ ਜਾਣਾ, y ਸਕੁਏਅਰ ਦਾ ਇਕੱਲਾ 2y ਨਹੀਂ ਆਏਗਾ, ਨਾਲ dy/dx ਇਹ ਟਰਮ ਵੀ ਆਉਣੀ ਹੁੰਦੀ ਹੈ, ਕਿਉਂਕਿ ਵਿਦ ਰਿਸਪੈਕਟ ਟੂ x ਡਿਫਰੈਂਸੀਏਸ਼ਨ ਕਰਦੇ ਪਏ ਹਾਂ। ਇਹਦੇ 3xy ਸੀ, 3 ਕੌਂਸਟੈਂਟ ਹੈ, ਇਹਨੂੰ ਬਾਹਰ ਲਿਖ ਲਿਆ, ਤਾਂ xy ਜਿਹੜਾ ਇਹਦੀ ਡਿਫਰੈਂਸੀਏਸ਼ਨ ਇਹ ਤੋਂ u/v ਦਾ ਫਾਰਮੂਲਾ ਅਪਲਾਈ ਕਰਕੇ ਕਰਨਾ। x ਨੂੰ ਬਾਹਰ ਰੱਖਿਆ ਤਾਂ ਆ ਗਿਆ ਸਾਡੇ ਕੋਲ dy/dx, ਫਿਰ y ਨੂੰ ਬਾਹਰ ਰੱਖਿਆ ਅਤੇ ਇਹ ਆ ਗਿਆ dx/dx, ਲਿਖਣ ਦੀ ਲੋੜ ਨਹੀਂ ਹੁੰਦੀ, ਇਹਦਾ ਆਨਸਰ ਕੀ ਆਣਾ ਹੁੰਦਾ 1। ਤਾਂ ਇਹ ਹੁਣ ਤੁਹਾਡੇ ਲਈ ਸਿੰਪਲ ਕੁਐਸਚਨ ਬਣ ਜਾਣਗੇ, ਇਹਨਾਂ ਨੂੰ ਕਰੋ ਮੈਕਸੀਮਮ, ਅਤੇ ਐਂਡ 'ਤੇ ਜਾ ਕੇ ਫਿਰ y/dx ਜਿੱਥੇ ਹੋਵੇ ਉਹਨੂੰ ਬਾਹਰ ਲਿਖ ਲੈਣਾ ਹੈ। ਜਿਵੇਂ ਇੱਥੇ ਵੀ dy/dx ਆਇਆ, ਇੱਥੇ ਆਇਆ dy/dx, ਇੱਕ ਇੱਥੇ ਆਇਆ dy/dx, ਇੱਕ ਇੱਥੇ ਆਇਆ dy/dx, ਇਹਨਾਂ ਨੂੰ ਕਾਮਨ ਕਰ ਲੈਣਾ, ਅਤੇ ਇਹਨਾਂ ਨੂੰ ਜਦੋਂ ਕਾਮਨ ਕਰੋਗੇ ਤਾਂ ਇਹ ਤੁਹਾਡੇ ਕੋਲ dy/dx
ਜਿਨ੍ਹਾਂ 'ਚੋਂ ਕਾਮਨ ਕੀਤਾ ਉਹ ਟਰਮਸ ਲੈਫਟ 'ਤੇ ਆ ਜਾਣੀਆਂ, ਬਾਕੀਆਂ ਨੂੰ ਰਾਈਟ 'ਤੇ ਲਿਖ ਲੈਣਾ ਅਤੇ ਆਨਸਰ ਮਿਲ ਜਾਏਗਾ। ਇੱਦਾਂ ਇਹ ਸਟੇਟਮੈਂਟ ਨੋਟ ਕਰ ਲਿਓ ਕੁਐਸਚਨ ਕਰਨ ਵਾਸਤੇ। ਇਹ ਸਪੈਸ਼ਲੀ ਡਿਜ਼ਾਈਨਡ ਕੀਤੇ ਆ ਮੈਂ ਤੁਹਾਡੇ ਲਈ ਕੁਐਸਚਨਸ, ਕਿ ਜੇ ਆਪਾਂ ਬਹੁਤ ਜ਼ਿਆਦਾ ਬੁੱਕਸ ਨਹੀਂ ਫੋਲੋ ਕਰ ਸਕਦੇ ਤਾਂ ਘੱਟੋ ਘੱਟ ਇਹ ਇੱਦਾਂ ਸਾਰੀਆਂ ਟਾਈਪਸ ਤੁਹਾਨੂੰ ਸਮਝ ਆ ਜਾਣ। ਅਤੇ ਜੇ ਇੰਨੇ ਵੀ ਕੁਐਸਚਨ ਆਪਾਂ ਕਰ ਲੈਂਦੇ ਹਾਂ ਤਾਂ ਪੇਪਰ ਦੇ ਵਿੱਚ ਮੈਕਸੀਮਮ ਨੰਬਰ ਲੈ ਸਕਦੇ ਹਾਂ। ਇਸ ਵਾਰ ਮੈਥ ਦਾ ਤਾਂ ਪੇਪਰ ਹੋਇਆ ਨਹੀਂ, ਪਰ ਫਿਰ ਵੀ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਤਾਂ ਬੇਸਡ ਅਪੋਨ ਜਿਹੜੇ 3 ਪੇਪਰ ਹੋਏ ਸੀ, ਕੈਮਿਸਟਰੀ, ਇੰਗਲਿਸ਼ ਐਂਡ ਪੰਜਾਬੀ, ਤਾਂ ਉਹਨਾਂ ਕਿਸੇ ਵੀ ਤਰੀਕੇ ਦੇ ਨਾਲ ਐਵਰੇਜ ਕੱਢ ਕੇ ਨੰਬਰ ਲਾਏ ਆ। ਤਾਂ ਕਿਉਂਕਿ ਕੈਮਿਸਟਰੀ ਦਾ ਪੇਪਰ ਟਫ ਹੀ ਹੁੰਦਾ, ਫਿਰ ਵੀ ਬੱਚਿਆਂ ਦੇ ਨੰਬਰ ਜਿਹੜੇ ਆ ਉਹ ਬਹੁਤ ਜ਼ਿਆਦਾ ਆਏ ਆ। ਸਾਡੇ ਅਬਵ 80 ਹੀ ਮੈਕਸੀਮਮ ਬੱਚਿਆਂ ਦੇ ਨੰਬਰ ਆਏ ਆ। ਤਾਂ ਮਿਹਨਤ ਕਰੋਗੇ ਤਾਂ ਨੰਬਰ ਤਾਂ ਆ ਹੀ ਜਾਣੇ ਆ। ਇਹ ਕੁਐਸਚਨ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਨਾਲ ਜਦੋਂ ਮਰਜ਼ੀ ਡਿਸਕਸ ਕਰ ਲੈਣਾ, ਮੈਂ ਤੁਹਾਨੂੰ ਇਹਨਾਂ ਦੇ ਸੋਲਿਊਸ਼ਨ ਤਾਂ ਪ੍ਰੋਵਾਈਡ ਕਰਾ ਹੀ ਰਿਹਾ। ਇਹਨਾਂ ਦੀ ਐਕਸਪਲੇਨੇਸ਼ਨ ਦੀ ਜੇ ਲੋੜ ਹੋਵੇ, ਵੈਸੇ ਲੋੜ ਹੈ ਨਹੀਂ, ਕਿਉਂਕਿ ਮੈਂ ਹੁਣੇ ਸਾਰੇ ਐਕਸਪਲੇਨ ਸਾਰੀਆਂ ਟਾਈਪਸ ਕਰ ਚੁੱਕਾ ਹੈ। ਇਹ ਵੇਖੋ ਵੇਰੀਏਬਲ ਦੀ ਪਾਵਰ ਵੇਰੀਏਬਲ ਪਲੱਸ ਇੱਕ ਹੋਰ ਫੰਕਸ਼ਨ ਹੈ, ਤਾਂ ਇੱਕ ਨੂੰ ਯੂ ਮੰਨ ਕੇ ਅਤੇ ਦੂਸਰੇ ਨੂੰ ਵੀ ਮੰਨ ਕੇ ਫਿਰ ਸਮ ਕਰਨੇ ਆ। ਇਹ ਨਹੀਂ ਕਿ ਡਾਇਰੈਕਟ ਹੀ ਲੌਗ ਦਾ ਫਾਰਮੂਲਾ ਅਪਲਾਈ ਕਰ ਦੇਣਾ। ਤਾਂ ਇਹਨੂੰ ਜਦੋਂ ਕਰੋਗੇ ਤਾਂ ਇਹ ਬਿਲਕੁਲ ਪਹਿਲੇ ਸਮ ਵਰਗਾ ਸਮ ਹੈ, ਜਿੱਦਾਂ ਦਾ ਹੁਣੇ ਆਪਾਂ ਕੀਤਾ ਸੀ। ਵੀਡੀਓ ਨੂੰ ਸਲੋ ਕਰਕੇ ਵੇਖ ਸਕਦੇ ਹੋ। ਤਾਂ ਇਹ ਮੈਕਸੀਮਮ ਕੰਮ ਕਰਨਾ ਹੈ। ਇਹ ਜਿਹੜੇ 3 ਜਾਂ 4 ਟਾਈਪਸ ਅੱਜ ਕੀਤੀਆਂ ਨੇ, ਇਹ ਸਾਰੀ ਡਿਫਰੈਂਸੀਏਸ਼ਨ ਦਾ ਨਿਚੋੜ ਆ। ਤੁਹਾਡੇ ਕੋਲ ਕੁਐਸਚਨ ਛੱਡਣਾ ਕੋਈ ਨਹੀਂ ਆ, ਇਹ ਸਾਰੇ ਹੀ ਕਰਨੇ ਆ। ਪੇਪਰਾਂ ਦੇ ਵਿੱਚ ਇਹੀ ਕੁਐਸਚਨ ਆਉਣਗੇ। ਤੁਸੀਂ ਜਦੋਂ ਵੀ ਪੰਜਾਬ ਬੋਰਡ ਦਾ ਐਗਜ਼ਾਮ ਹੋਏਗਾ ਉਹਨੂੰ ਵੇਖੋਗੇ, ਪਿਛਲੇ ਸਾਲ ਦੇ ਕੁਐਸਚਨ ਉਹ ਸੋਲਵ ਕਰਿਆ ਕਰੋ। ਕੋਈ ਪ੍ਰੋਬਲਮ ਹੁੰਦੀ ਹੈ ਪੁੱਛਿਆ ਕਰੋ, ਮੇਰੇ ਨਾਲ ਕੰਟੈਕਟ ਕਰ ਲਿਆ ਕਰੋ ਜਦੋਂ ਵੀ ਤੁਹਾਨੂੰ ਲੋੜ ਪਵੇ। ਤਾਂ ਇਹ ਵੇਖੋ, ਇਹ ਕੁਐਸਚਨਸ ਨੇ ਸਾਡੇ ਕੋਲ ਪਿਛਲੇ ਜਿਹੜੇ ਸੋਲਵ ਕੀਤੇ, ਉਹਨਾਂ ਦੇ ਨਾਲ ਰਲਦੇ ਮਿਲਦੇ ਜਿਹੜੇ ਕੁਐਸਚਨ ਸੀ। ਤਾਂ ਫਾਈਂਡ ਦਾ ਡੈਰੀਵੇਟਿਵ ਆਫ a ਮਾਈਨਸ ਐਕਸ ਹੋਲ ਸਕੁਏਅਰ b ਮਾਈਨਸ ਐਕਸ ਹੋਲ ਕਿਊਬ ਅਪੋਨ c ਮਾਈਨਸ 2x। ਇਹਨੂੰ ਜੇ ਮੈਂ ਡਾਇਰੈਕਟ u ਅਪੋਨ v ਦਾ ਫਾਰਮੂਲਾ ਅਪਲਾਈ ਕਰਾਂ, ਹੋ ਇਹਨੇ ਫਿਰ ਵੀ ਜਾਣਾ, ਪਰ ਫਿਰ ਬੜਾ ਲੈਂਥੀ ਹੋ ਜਾਏਗਾ। ਇਹਦੇ ਵਿੱਚ ਇਹਨੂੰ ਵੀ ਆਪਾਂ ਲੌਗ ਅਪਲਾਈ ਕਰ ਸਕਦੇ ਹਾਂ। ਲੌਗ ਵੈਸੇ ਤਾਂ ਵੇਰੀਏਬਲ ਦੀ ਪਾਵਰ ਵੇਰੀਏਬਲ ਦੇ ਉੱਪਰ ਹੀ ਅਪਲਾਈ ਕਰਨਾ ਹੈ, ਪਰ ਜਿੱਥੇ ਕੰਪਲੈਕਸ ਫੰਕਸ਼ਨ ਆ ਜਾਂਦੇ ਆ, ਮਿਕਸ ਟਰਮਸ ਜ਼ਿਆਦਾ ਹੋ ਜਾਣ, ਉੱਥੇ ਵੀ ਪਾਵਰਸ ਵੱਡੀਆਂ ਹੋ ਜਾਣ, ਤਾਂ ਫਿਰ ਵੀ ਇਹ ਲੌਗ ਅਪਲਾਈ ਕਰ ਸਕਦੇ ਹਾਂ। ਕਿਉਂਕਿ ਸਾਡੇ ਕੋਲ ਲੌਗ a ਓਵਰ b ਕਿਹਦੇ ਇਕੁਅਲ ਹੁੰਦਾ, ਲੌਗ a ਮਾਈਨਸ ਲੌਗ b। ਉੱਪਰ ਵਾਲੀ ਟਰਮ ਵੱਖ-ਵੱਖ। ਹੁਣ ਜਦੋਂ a ਤਾਂ ਹੋ ਗਿਆ, ਫਿਰ ਇਹ ਹੋ ਗਿਆ ਲੌਗ a ਮਾਈਨਸ ਐਕਸ ਹੋਲ ਸਕੁਏਅਰ ਮਾਈਨਸ ਲੌਗ b ਮਾਈਨਸ b ਮਾਈਨਸ ਐਕਸ, ਮਾਈਨਸ ਵਿੱਚ ਆ ਗਿਆ c ਮਾਈਨਸ 2x ਹੋਲ ਕਿਊਬ। ਤਾਂ ਇਹ m ਇੰਟੂ n ਆ। ਤਾਂ m ਇੰਟੂ n ਵਾਸਤੇ m log m ਪਲੱਸ log n ਦਾ ਫਾਰਮੂਲਾ ਹੁੰਦਾ ਸਾਡੇ ਕੋਲ, log a b, ਯਾਨੀ ਕਿ log a ਪਲੱਸ log b। ਤਾਂ ਇਹਨੂੰ ਵੱਖ-ਵੱਖ ਲਿਖ ਲਿਆ। ਵੱਖ-ਵੱਖ ਲਿਖਣ ਤੋਂ ਬਾਅਦ ਪਾਵਰਾਂ ਅੱਗੇ ਲੈ ਆਉਂਦੀਆਂ, ਕਿਉਂਕਿ ਸਾਡੇ ਕੋਲ ਇਹ ਵੀ ਤਾਂ ਹੈਗਾ ਹੈ log m ਪਾਵਰ n ਹੋਏ, ਤਾਂ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ, n log m। ਤਾਂ ਜਿਹੜੀ 2 ਪਾਵਰ ਹੀ ਉਹ ਅੱਗੇ ਆ ਗਈ, 3 ਪਾਵਰ ਵੀ ਅੱਗੇ ਆ ਗਈ ਤੀਜੇ ਫੰਕਸ਼ਨ ਦੀ ਵੀ। ਫਿਰ ਬੜੀ ਸਿੰਪਲ ਇਹਦੀ ਡਿਫਰੈਂਸੀਏਸ਼ਨ ਹੋ ਜਾਣੀ ਯੂਜ਼ਿੰਗ log। ਸਾਈਨ ਇਨਵਰਸ, ਹੁਣ ਇਹ ਵੀ ਸਬਸਟੀਟਿਊਸ਼ਨ ਵਾਲੇ ਸਮ ਆ ਗਏ। 2x ਓਵਰ 1 ਪਲੱਸ ਐਕਸ, ਵੇਖਦੇ ਹਾਂ ਸਾਰੀ ਮੈਨੂੰ ਪਤਾ ਲੱਗ ਜਾਏਗਾ ਕਿ ਐਕਸ ਨੂੰ ਮੈਂ ਪੁੱਟ ਕਰਨਾ ਟੈਨ ਥੀਟਾ, ਕਿਉਂਕਿ ਸਾਡੇ ਕੋਲ ਹੁੰਦਾ 2 ਟੈਨ ਥੀਟਾ ਅਪੋਨ 1 ਪਲੱਸ ਟੈਨ ਸਕੁਏਅਰ ਥੀਟਾ ਇਜ਼ ਇਕੁਅਲਸ ਟੂ ਸਾਈਨ 2 ਥੀਟਾ। ਬਾਹਰ ਸਾਈਨ ਇਨਵਰਸ ਆ, ਮੈਂ ਸਾਈਨ ਇਨਵਰਸ ਦੇ ਨਾਲ ਸਾਈਨ ਕੈਂਸਲ ਕੀਤਾ, ਤਾਂ ਬਚ ਗਿਆ ਸਾਡੇ ਕੋਲ ਇਕੱਲਾ 2 ਥੀਟਾ। ਅਤੇ 2 ਥੀਟਾ, ਥੀਟਾ ਕੀ ਸੀ, ਟੈਨ ਇਨਵਰਸ ਐਕਸ, ਕਿਉਂਕਿ ਐਕਸ ਨੂੰ ਪੁੱਟ ਕੀਤਾ ਸੀ ਟੈਨ ਥੀਟਾ। ਅਤੇ ਟੈਨ ਇਨਵਰਸ ਐਕਸ ਦੀ ਡਿਫਰੈਂਸੀਏਸ਼ਨ ਕੀ ਹੁੰਦੀ ਹੈ, 1 ਓਵਰ 1 ਪਲੱਸ ਐਕਸ ਸਕੁਏਅਰ। ਅਤੇ ਇਹ ਸਾਡਾ ਆਨਸਰ ਆ ਗਿਆ।
2 upon 1 plus x square। ਇੱਦਾਂ ਹੀ ਇਹਦੇ ਵਿੱਚ x ਨੂੰ ਜਦੋਂ 1 plus x square ਆ ਜਾਵੇ ਤਾਂ x ਨੂੰ ਹਮੇਸ਼ਾ tan ਪੁੱਟ ਕਰ ਲੈਂਦੇ ਆਪਾਂ, ਕਿਉਂਕਿ ਸਾਡੇ ਕੋਲ 1 plus tan square ਜਿਹੜਾ ਹੈ ਉਹ ਕੀ ਬਣ ਜਾਣਾ ਹੁੰਦਾ ਸੀਕੈਂਟ ਸਕੁਏਅਰ, ਅਤੇ ਉੱਪਰ ਰੂਟ ਪਿਆ ਹੈ ਸੀਕੈਂਟ ਬਚ ਜਾਏਗਾ। ਮਤਲਬ ਸਿਰਫ ਇੰਨਾ ਹੀ ਆਈਡੀਆ ਕਾਫੀ ਹੈ ਤੁਹਾਡੇ ਲਈ ਕਿ x ਨੂੰ ਪੁੱਟ ਕਰ ਲੈਣਾ tan ਥੀਟਾ। ਅੱਗੋਂ ਸਮ ਬੜਾ ਸਿੰਪਲ ਹੈ, ਇਹਨੂੰ ਵੇਖ ਲੈਣਾ ਹੈ। ਇਸ ਤੋਂ ਬਾਅਦ ਜਦੋਂ 1 minus x 1 plus x ਆ ਜਾਵੇ ਤਾਂ ਉਦੋਂ ਹਮੇਸ਼ਾ ਇਹ ਗੱਲ ਯਾਦ ਰੱਖਣੀ ਕਿ x ਨੂੰ cos ਥੀਟਾ ਪੁੱਟ ਕਰ ਲਿਆ ਕਰੋ, ਕਿਉਂਕਿ 1 minus cos ਥੀਟਾ ਇਹਦਾ ਵੀ ਫਾਰਮੂਲਾ ਹੁੰਦਾ ਸਾਡੇ ਕੋਲ, 1 plus cos ਥੀਟਾ ਇਹਦਾ ਵੀ ਫਾਰਮੂਲਾ ਹੁੰਦਾ। ਇਹ ਸਬਸਟੀਟਿਊਸ਼ਨ ਵਾਲੇ ਸਮ ਜਿਹੜੀਆਂ 3-4 ਸਬਸਟੀਟਿਊਸ਼ਨਸ ਨੇ, ਜਿਵੇਂ 1 plus x square ਆ ਗਿਆ ਤਾਂ x ਨੂੰ tan ਪੁੱਟ ਕਰ ਲੈਣਾ ਹਮੇਸ਼ਾ, 1 minus x ਜਾਂ 1 plus x ਇਕੱਲਾ ਆ ਗਿਆ ਜੇ ਸਕੁਏਅਰ ਆ ਤਾਂ tan ਪੁੱਟ ਕਰ ਲੈਣਾ, ਜੇ 1 minus x 1 plus x ਆ ਜੇ ਤਾਂ ਆਪਾਂ ਪੁੱਟ ਕਰ ਸਕਦੇ ਹਾਂ x ਨੂੰ cos ਥੀਟਾ। ਅਤੇ ਜੇ 2x over 1 plus x square ਆ ਜਾਵੇ ਉਹ ਤੁਸੀਂ ਹੁਣੇ ਵੇਖਿਆ ਸੀ ਕਿ tan ਦੇ ਨਾਲ ਹੀ ਸੋਲਵ ਹੋ ਜਾਂਦਾ, ਉਹਦੇ ਵਿੱਚ ਵੀ 1 plus x square ਆਉਂਦਾ ਪਿਆ। ਤਾਂ ਇਹ ਵੇਖੋ 1 minus x ਦਾ 1 minus cos ਥੀਟਾ ਦਾ ਫਾਰਮੂਲਾ 2 sin square ਥੀਟਾ ਹੁੰਦਾ, ਅਤੇ 1 plus cos ਥੀਟਾ ਦਾ 2 cos square ਥੀਟਾ ਬਾਈ 2 ਹਾਫ ਐਂਗਲ ਫਾਰਮੂਲੇ ਹੁੰਦੇ ਆ। ਸਕੁਏਅਰ ਦੇ ਨਾਲ ਰੂਟ ਕੱਟਿਆ ਜਾਣਾ, sin over cos tan ਬਚ ਜਾਏਗਾ, 2 ਦੇ ਨਾਲ 2 ਕੈਂਸਲ ਹੋਣ ਤੋਂ ਬਾਅਦ ਬਾਹਰ tan ਇਨਵਰਸ ਆ, ਅੰਦਰ tan ਥੀਟਾ ਬਾਈ 2 ਆ, ਇਹ tan ਇਨਵਰਸ ਦੇ ਨਾਲ tan ਕੈਂਸਲ ਕੀਤਾ ਤਾਂ 1 over 2 ਥੀਟਾ ਬਚ ਗਿਆ। ਥੀਟਾ cos ਇਨਵਰਸ x ਦੇ ਇਕੁਅਲ ਹੀ ਸਾਡੇ ਕੋਲ, ਤਾਂ ਇਹ ਬਚ ਇਹਦੀ ਡਿਫਰੈਂਸੀਏਸ਼ਨ ਕੀ ਹੋਏਗੀ -1 over cos ਇਨਵਰਸ x ਦੀ ਡਿਫਰੈਂਸੀਏਸ਼ਨ -1 upon ਸਕੁਏਅਰ ਰੂਟ ਆਫ 1 minus x square ਹੁੰਦੀ ਹੈ, ਉਹ ਲਿਖ ਦਿੱਤੀ। ਹੁਣ 1 plus x square ਅਤੇ 1 minus x square ਆ ਗਿਆ। ਹੁਣ ਜੇ ਇਹ ਦੋਨੋਂ ਟਰਮਸ ਆ ਜਾਣ ਨਾ 1 plus x square ਅਤੇ 1 minus x square, ਫਿਰ ਵੀ x square ਨੂੰ ਤੁਸੀਂ cos ਥੀਟਾ ਪੁੱਟ ਕਰ ਲੈਣਾ, ਕਿਉਂਕਿ ਜਦੋਂ x square ਨੂੰ ਪੁੱਟ ਕਰੋਗੇ ਤਾਂ ਇਹ ਕੀ ਬਣ ਜਾਣਾ 1 plus cos ਥੀਟਾ 1 minus cos ਥੀਟਾ, ਅਤੇ ਉਹਦੇ ਫਾਰਮੂਲੇ ਹੈਗੇ ਆ। ਹੁਣ ਸਿਰਫ ਇੰਨਾ ਹੀ ਆ ਨਾ ਕਿ x square ਨੂੰ ਪੁੱਟ ਕੀਤਾ ਹੈ ਆਪਾਂ cos ਥੀਟਾ। ਜੇਕਰ ਇਕੱਲਾ 1 plus x square ਹੁੰਦਾ ਤਾਂ ਫਿਰ x ਨੂੰ tan ਥੀਟਾ ਪੁੱਟ ਕਰ ਲੈਣਾ ਸੀ, ਪਰ ਹੁਣ 1 minus x square ਵੀ ਨਾਲ ਆ, ਸਕੁਏਅਰ ਰੂਟ ਦੇ ਵਿੱਚ ਆ, ਅਤੇ ਇਹ ਉਦੋਂ ਹੀ ਸੋਲਵ ਹੋ ਸਕਦਾ ਜਦੋਂ ਆਪਾਂ x square ਨੂੰ cos ਥੀਟਾ ਪੁੱਟ ਕਰ ਲੈਂਦੇ ਹਾਂ। cos 2 ਥੀਟਾ ਵੀ ਕਰ ਸਕਦੇ ਹੋ ਜਾਂ ਥੀਟਾ ਵੀ ਕਰ ਸਕਦੇ ਹੋ। ਤਾਂ ਜਦੋਂ ਇਹਨੂੰ ਮੈਂ ਪੁੱਟ ਕੀਤਾ ਇਹ ਸਾਡੇ ਕੋਲ ਇਸ ਤਰੀਕੇ ਦੇ ਨਾਲ ਬੜਾ ਸਿੰਪਲ ਜਿਹਾ ਬਣ ਗਿਆ 1 plus cos ਥੀਟਾ 1 minus cos ਥੀਟਾ। ਇਹਨਾਂ ਦੇ ਉੱਪਰ ਸਕੁਏਅਰ ਰੂਟ ਪਏ ਆ, 1 plus cos ਥੀਟਾ ਸਾਡੇ ਕੋਲ 2 cos ਸਕੁਏਅਰ ਥੀਟਾ ਬਾਈ 2 ਆ ਜਾਂਦਾ, 1 minus cos ਸਕੁਏਅਰ ਥੀਟਾ ਜਿਹੜਾ ਹੈ 1 minus cos 2 ਥੀਟਾ ਜਾਂ cos ਥੀਟਾ ਹੈ ਉਹ 2 sin ਸਕੁਏਅਰ। ਨਾਲ ਮੈਂ ਫਾਰਮੂਲੇ ਵੀ ਲਿਖੇ ਨੇ, ਤਾਂ ਇਹ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਪੁੱਛ ਲੈਣਾ। ਸਕੁਏਅਰ ਰੂਟ ਦੇ ਨਾਲ ਸਕੁਏਅਰ ਰੂਟ ਕੱਟਿਆ ਗਿਆ 2, ਬਾਕੀ cos ਪਲੱਸ ਸਾਈਨ cos ਮਾਈਨਸ ਸਾਈਨ ਆ ਜਾਵੇ। +1 ਦੇ ਵਿੱਚ ਵੀ ਕਾਫੀ ਸਮ ਕੀਤੇ ਜਿਨ੍ਹਾਂ ਦੇ ਫਿਰ ਨਿਊਮੀਰੇਟਰ ਅਤੇ ਡਿਨੋਮੀਨੇਟਰ ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ cos ਥੀਟਾ ਬਾਈ 2 ਦੇ ਨਾਲ, ਜੋ ਵੀ ਐਂਗਲ ਹੋਵੇ। ਤਾਂ ਇਹ ਬਣ ਜਾਣਾ 1 plus sin over cos, ਯਾਨੀ ਕਿ 1 plus tan ਥੀਟਾ ਬਾਈ 2 over 1 minus tan ਥੀਟਾ ਬਾਈ 2। ਇਹ tan ਪਾਈ ਬਾਈ 4 plus ਥੀਟਾ ਬਾਈ 2 ਦਾ ਫਾਰਮੂਲਾ ਹੁੰਦਾ ਹੈ, tan ਦੇ ਨਾਲ tan ਇਨਵਰਸ ਕੈਂਸਲ ਕੀਤਾ ਅਤੇ ਇਹ ਬਚ ਗਿਆ ਪਾਈ ਬਾਈ 4 plus ਥੀਟਾ ਬਾਈ 2। ਥੀਟਾ ਨੂੰ ਬਾਹਰ ਲਿਖ ਲਿਆ 1 over 2, ਕਿਉਂਕਿ ਥੀਟਾ ਦੀ ਵੈਲਿਊ ਕਿੰਨੀ ਸੀ ਸਾਡੇ ਕੋਲ cos ਇਨਵਰਸ x square। x square ਕਿਉਂ ਆਇਆ, ਕਿਉਂਕਿ ਮੈਂ ਪੁੱਟ ਕੀਤਾ ਸੀ x square ਨੂੰ cos ਥੀਟਾ ਦੀ ਵੈਲਿਊ ਕੱਢਾਂਗੇ ਤਾਂ ਕੀ ਆ ਜਾਣੀ cos ਇਨਵਰਸ x square, ਉਹ ਇੱਥੇ ਭਰ ਦਿੱਤੀ। cos ਇਨਵਰਸ x square ਦੀ ਡਿਫਰੈਂਸੀਏਸ਼ਨ ਕਰਾਂਗੇ ਤਾਂ ਉਹ ਕੀ ਆ ਜਾਣੀ ਆ -1 upon 1 minus x square ਦਾ ਸਕੁਏਅਰ। ਤਾਂ ਇਹਦੇ 'ਚ ਫਿਰ x square ਦੀ ਫਿਰ ਤੋਂ ਡਿਫਰੈਂਸੀਏਸ਼ਨ ਹੋਣੀ ਹੈ, 2x ਵੀ ਅੱਗੇ ਆ ਜਾਣਾ, ਤਾਂ ਇਹ ਸਾਡਾ ਆਨਸਰ ਬਣ ਜਾਏਗਾ। ਬਾਕੀ ਜੋ ਕਟਿੰਗ ਹੁੰਦੀ 2 ਦੇ ਨਾਲ 2 ਕੈਂਸਲ ਹੁੰਦੇ ਆ, ਇਹ ਕਰ ਦੇਣੇ ਆ। ਇੱਦਾਂ ਹੀ tan ਇਨਵਰਸ ਸੀਕੈਂਟ x plus tan x, ਇਹਨੂੰ ਸੋਲਵ ਕਰ ਲੈਣਾ, ਡਾਇਰੈਕਟ ਇਹਨੂੰ ਸੋਲਵ ਕਰੋ, ਇੱਥੋਂ ਹਿੰਟ ਲੈ ਲੈਣਾ। ਨੈਕਸਟ ਕੋਈ ਡਾਊਟ ਹੋਵੇ ਤਾਂ ਮੇਰੇ ਨਾਲ ਡਿਸਕਸ ਕਰ ਲਿਓ। ਹੁਣ ਸਿਰਫ ਇੱਥੋਂ ਤੱਕ ਆਪਾਂ ਫਿਰ ਨੈਕਸਟ ਕੰਮ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।
ਤਾਂ ਇੰਨਾ ਕੁ ਹੀ ਤੁਸੀਂ ਅੱਜ ਦੇ ਲੈਕਚਰ ਦਾ ਕੰਮ ਕਰਨਾ ਹੈ। ਕਾਫੀ ਕੰਮ ਹੋ ਚੁੱਕਾ ਹੈ। ਫਿਰ ਵੀ ਜੇਕਰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਨਾਲ ਡਿਸਕਸ ਕਰ ਲਿਆ ਕਰੋ। ਜਦੋਂ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ ਕਾਲ ਕਰ ਲਿਆ ਕਰੋ। ਥੈਂਕ ਯੂ ਵੈਰੀ ਮੱਚ।